ਅੱਜ ਗੁਰਕੀਰਤ ਦਾ ਕਾਲਜ ਦਾ ਪਹਿਲਾ ਦਿਨ ਸੀ। ਉਸਨੇ ਕਾਲਜ ਵਿੱਚ ਹੋਣ ਵਾਲੀ ਜੂਨੀਅਰਸ ਦੀ ਰੈਗਿੰਗ ਬਾਰੇ ਬਹੁਤ ਸੁਣ ਰੱਖਿਆ ਸੀ। ਉਸਨੇ ਮਨ ਹੀ ਮਨ ਵਿੱਚ ਇਹ ਫੈਸਲਾ ਕੀਤਾ ਹੋਇਆ ਸੀ ਕਿ ਜੇ ਕੋਈ ਉਸ ਨਾਲ ਇੱਦਾਂ ਦੀ ਘਟਨਾ ਹੋਈ ਤਾਂ ਉਹ ਇਸ ਦਾ ਪੁਰਜ਼ੋਰ ਵਿਰੋਧ ਕਰੇਗੀ। ਇਹ ਸਭ ਸੋਚਦੀ ਹੋਈ ਉਹ ਕਾਲਜ ਲਈ ਤਿਆਰ ਹੋ ਰਹੀ ਸੀ। ਗੁਰਕੀਰਤ ਰੰਗ ਰੂਪ ਪੱਖੋਂ ਜਿੰਨੀ ਸੋਹਣੀ ਸੀ, ਸੁਭਾਅ ਵੀ ਓਨਾ ਹੀ ਚੰਗਾ ਤੇ ਮਿਲਣਸਾਰ। ਹੋਰ ਤੇ ਹੋਰ ਪੜ੍ਹਾਈ ਵਿੱਚ ਉਸ ਤੋਂ ਵੀ ਵਧੀਆ ਸੀ। ਉਸ ਸਭ ਤੋਂ ਖੂਬਸੂਰਤ ਉਸਦੀਆਂ ਮੋਟੀਆਂ ਤੇ ਬੋਲਦੀਆਂ ਅੱਖਾਂ। ਹਮੇਸ਼ਾ ਦੀ ਤਰ੍ਹਾਂ ਉਹ ਅੱਜ ਵੀ ਬਹੁਤ ਸੋਹਣੀ ਲੱਗ ਰਹੀ ਸੀ, ਨਿਡਰ ਤੇ ਆਤਮ ਵਿਸ਼ਵਾਸ ਨਾਲ ਭਰੀ ਹੋਈ। ਉਸਨੇ ਆਪਣੀ ਐਕਟਿਵਾ ਕੱਢੀ ਤੇ ਕਾਲਜ ਪਹੁੰਚ ਗਈ। ਕਾਲਜ ਦੇ ਗੇਟ ਤੇ ਪਹੁੰਚ ਕੇ ਚਪੜਾਸੀ ਤੋਂ ਪਾਰਕਿੰਗ ਸਾਈਟ ਪੁੱਛੀ ਤੇ ਐਕਟਿਵਾ ਪਾਰਕ ਕੀਤੀ। ਐਕਟਿਵਾ ਵਿੱਚੋਂ ਪਰਸ ਤੇ ਕਿਤਾਬਾਂ ਕੱਢ ਉਹ ਜਿਵੇਂ ਹੀ ਕਾਲਜ ਦੇ ਅੰਦਰ ਗਈ ਤਾਂ ਉਸਦੀ ਨਜ਼ਰ ਇੱਕ ਪਾਸੇ ਲੱਗੇ ਹੋਏ ਨੋਟਿਸ ਬੋਰਡ ਤੇ ਪਈ। ਕੋਲ ਜਾ ਕੇ ਉੱਪਰ ਲੱਗੇ ਨੋਟਿਸ ਬੋਰਡ ਨੂੰ ਪੜ੍ਹਨ ਲਈ ਰੁਕ ਗਈ। ਨੋਟਿਸ ਸਬਜੈਕਟ ਚੁਣਨ ਦਾ ਲੱਗਾ ਹੋਇਆ ਸੀ। ਉੱਥੇ ਹੋਰ ਵੀ ਸਟੂਡੈਂਟਸ ਖੜੇ ਨੋਟਿਸ ਪੜ੍ਹ ਰਹੇ ਸਨ। ਕੁਝ ਲੜਕੇ ਨੋਟਿਸ ਬੋਰਡ ਦੇ ਦੂਜੇ ਪਾਸੇ ਖੜੇ ਸਨ। ਗੁਰਕੀਰਤ ਨੂੰ ਦੇਖ ਕੇ ਉਹਨਾਂ ਵਿੱਚੋਂ ਇੱਕ ਨੇ ਪੁੱਛ ਲਿਆ, ਪਹਿਲੇ ਸਾਲ ਦੇ ਸਟੂਡੈਂਟ ਹੋ? ਹਾਂਜੀ, ਤੁਸੀਂ? ਮੈਂ ਵੀ। ਇੰਨੇ ਨੂੰ ਹੋਰ ਵੀ ਸਟੂਡੈਂਟ ਉੱਥੇ ਆ ਗਏ। ਗੁਰਕੀਰਤ ਸਭ ਨਾਲ ਗੱਲਾਂ ਕਰ ਰਹੀ ਸੀ। ਗੱਲਾਂ ਕਰਦੇ ਕਰਦੇ ਇੱਕ ਨੇ ਕਿਹਾ, ਉਹ ਜੋ ਸਾਹਮਣੇ ਲੜਕਾ ਆ ਰਿਹਾ ਹੈ, ਸੁਣਿਆ ਹੈ ਆਪਣਾ ਸੀਨੀਅਰ ਹੈ ਤੇ ਨਵੇਂ ਸਟੂਡੈਂਟਸ ਦੀ ਬਹੁਤ ਰੈਗਿੰਗ ਕਰਦਾ ਹੈ। ਆਪ 2-3 ਸਾਲ ਤੋਂ ਫੇਲ ਹੁੰਦਾ ਆ ਰਿਹਾ ਹੈ, ਪਰ ਸਾਡੇ ਵਰਗਿਆਂ ਦਾ ਜੀਣਾ ਮੁਸ਼ਕਿਲ ਕੀਤਾ ਹੋਇਆ ਹੈ। ਗੁਰਕੀਰਤ ਨੇ ਪਿੱਛੇ ਮੁੜ ਕੇ ਦੇਖਿਆ ਤੇ ਪੁੱਛਿਆ, ਕਿਹੜਾ? ਉਹ ਜੋ ਕਾਲੀ ਪੈਂਟ ਤੇ ਚਿੱਟੀ ਕਮੀਜ਼ ਪਾਈ ਤੁਰਿਆ ਆ ਰਿਹਾ ਹੈ, ਇੱਕ ਨੇ ਇਸ਼ਾਰਾ ਕਰਕੇ ਕਿਹਾ। ਗੁਰਕੀਰਤ ਦੀਆਂ ਸੋਹਣੀਆਂ ਅੱਖਾਂ ਹੁਣ ਗੁੱਸੇ ਨਾਲ ਭਰ ਗਈਆਂ। ਕੋਈ ਨਾ, ਆਪਾਂ ਡਰਨਾ ਨਹੀਂ, ਗੁਰਕੀਰਤ ਬੋਲੀ। ਮੈਂ ਗੱਲ ਕਰਦੀ ਆਂ ਇਸ ਨਾਲ। ਉਹ ਲੜਕਾ ਇਸ ਤਰਫ ਹੀ ਆ ਰਿਹਾ ਸੀ ਜਿੱਥੇ ਗੁਰਕੀਰਤ ਖੜੀ ਸੀ, ਨੋਟਿਸ ਬੋਰਡ ਵੱਲ। ਬਾਕੀ ਸਾਰੇ ਉਸਨੂੰ ਦੇਖ ਕੇ ਹੌਲੀ ਜਿਹੇ ਖਿਸਕ ਗਏ। ਗੁਰਕੀਰਤ ਨੂੰ ਆਪਣੇ ਵੱਲ ਇੰਜ ਤੱਕਦਾ ਦੇਖ ਉਹ ਖੜ ਗਿਆ ਤੇ ਬਸ ਉਸਦੇ ਹਾਂਜੀ ਕਹਿਣ ਦੀ ਦੇਰ ਸੀ ਕਿ ਗੁਰਕੀਰਤ ਸ਼ੁਰੂ ਹੋ ਗਈ। ਦੇਖੋ, ਤੁਸੀਂ ਖੁਦ 3-3 ਵਾਰ ਫੇਲ ਹੋ ਕੇ ਤੇ ਖੁਦ ਨੂੰ ਸੀਨੀਅਰ ਸਮਝਦੇ ਹੋ ਤੇ ਸਾਡੀ ਰੈਗਿੰਗ ਕਰਦੇ ਹੋ। ਇਹ ਸਭ ਹੁਣ ਨਹੀਂ ਚੱਲਣਾ ਤੇ ਅਸੀਂ ਨਾ ਹੀ ਤੁਹਾਡੀ ਕੋਈ ਗੱਲ ਮੰਨਣੀ ਆ। ਇਹ ਗੱਲ ਤੁਸੀਂ ਚੰਗੀ ਤਰ੍ਹਾਂ ਸਮਝ ਲਵੋ ਹੁਣ। ਉਹ ਬਸ ਗੁਰਕੀਰਤ ਦੇ ਚਿਹਰੇ ਵੱਲ ਤੱਕੀ ਜਾ ਰਿਹਾ ਸੀ। ਇੱਕ ਅਜੀਬ ਜਿਹੀ ਖਿੱਚ ਸੀ ਉਸ ਦੀਆਂ ਅੱਖਾਂ ਵਿੱਚ। ਹੁਣ ਗੁਰਕੀਰਤ ਦੀਆਂ ਇੰਨੀਆਂ ਗੱਲਾਂ ਸੁਣ ਉਹ ਬੋਲ ਪਿਆ ਕਿ ਪਹਿਲਾਂ ਇਹ ਦੱਸੋ ਕਿ ਤੁਹਾਨੂੰ ਇੰਨਾ ਕੁਝ ਕਿਸਨੇ ਦੱਸਿਆ ਏ ਮੇਰੇ ਬਾਰੇ? ਗੁਰਕੀਰਤ ਨੇ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਕੋਈ ਵੀ ਨਹੀਂ ਸੀ। ਹੁਣ ਉਸਦਾ ਸਾਰਾ ਗੁੱਸਾ ਸ਼ਰਮਿੰਦਗੀ ਵਿੱਚ ਬਦਲ ਚੁੱਕਾ ਸੀ। ਉਸਨੂੰ ਪਤਾ ਲੱਗ ਚੁੱਕਿਆ ਸੀ ਕਿ ਉਸਦੀ ਰੈਗਿੰਗ ਹੋ ਚੁੱਕੀ ਹੈ। ਫਿਰ ਉਸਨੇ ਥੋੜਾ ਹੌਸਲਾ ਜਿਹਾ ਕਰਕੇ ਪੁੱਛਿਆ ਕਿ ਜੇ ਤੁਸੀਂ ਸੀਨੀਅਰ ਸਟੂਡੈਂਟ ਨਹੀਂ ਹੋ ਤਾਂ ਫਿਰ ਹੋ ਕੌਣ? ਮੇਰਾ ਨਾਮ ਅਭਿਨਵ ਹੈ। ਮੈਂ ਤੁਹਾਡਾ ਅੰਗਰੇਜ਼ੀ ਦਾ ਪ੍ਰੋਫੈਸਰ ਹਾਂ। ਤੁਸੀਂ ਕੁਝ ਹੋਰ ਕਹਿਣਾ ਜਾਂ ਪੁੱਛਣਾ ਹੈ ਜਾਂ ਮੈਂ ਲੈਕਚਰ ਲਗਾ ਲਵਾਂ? ਮੈਨੂੰ ਮਾਫ਼ ਕਰ ਦਿਓ ਸਰ, ਆਈ ਐਮ ਸੌਰੀ। ਪਿੱਛੇ ਖੜੇ ਸਾਰੇ ਸੀਨੀਅਰ ਉੱਚੀ ਉੱਚੀ ਹੱਸ ਰਹੇ ਸਨ। ਅਭਿਨਵ ਨੂੰ ਵੀ ਗੱਲ ਸਮਝ ਆ ਗਈ ਸੀ ਕਿ ਇਸ ਲਈ ਉਸਨੇ ਕਿਹਾ ਕਿ ਕੋਈ ਗੱਲ ਨਹੀਂ, ਹੁਣ ਤੁਸੀਂ ਆਪਣਾ ਲੈਕਚਰ ਲਗਾਓ ਜਾ ਕੇ ਤੇ ਅੱਗੇ ਤੋਂ ਧਿਆਨ ਰੱਖਿਓ। ਅਭਿਨਵ ਕਾਲਜ ਦਾ ਸਭ ਤੋਂ ਛੋਟੀ ਉਮਰ ਦਾ ਤੇ ਸਭ ਤੋਂ ਸੋਹਣਾ ਪ੍ਰੋਫੈਸਰ ਸੀ। ਸਾਰੇ ਕਾਲਜ ਦੀਆਂ ਕੁੜੀਆਂ ਉਸ 'ਤੇ ਮਰਦੀਆਂ ਸਨ। ਉਸਦੀ ਪ੍ਰੇਮ ਕਹਾਣੀ ਅਧੂਰੀ ਸੀ। ਉਹ ਕਿਸੇ ਕੁੜੀ ਨੂੰ ਬੇਹੱਦ ਪਿਆਰ ਕਰਦਾ ਸੀ ਤੇ ਪਤਾ ਨਹੀਂ ਕੀ ਹੋਇਆ ਸੀ ਕਿ ਉਸਦਾ ਪਿਆਰ ਤੋਂ ਯਕੀਨ ਹੀ ਚੁੱਕਿਆ ਗਿਆ ਸੀ ਤੇ ਉਸਨੇ ਆਪਣੇ ਦਿਲ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਕਰ ਰੱਖੇ ਸਨ। ਬਹੁਤ ਕੁੜੀਆਂ ਸਨ ਜੋ ਉਸ ਦਰਵਾਜ਼ੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੀਆਂ ਸਨ ਪਰ ਅਸਫਲ ਰਹੀਆਂ। ਗੁਰਕੀਰਤ ਦੀ ਪਹਿਲੀ ਕਲਾਸ ਅਭਿਨਵ ਨੇ ਹੀ ਲੈਣੀ ਸੀ। ਜਦੋਂ ਉਹ ਕਲਾਸਰੂਮ ਵਿੱਚ ਗਈ ਤਾਂ ਅਭਿਨਵ ਨੂੰ ਦੇਖ ਕੇ ਨੀਵੀਂ ਪਾ ਕੇ ਬੈਠ ਗਈ। ਅਭਿਨਵ ਦੇ ਚਿਹਰੇ ਤੇ ਇੱਕ ਪਿਆਰੀ ਜਿਹੀ ਮੁਸਕਾਨ ਸੀ ਜੋ ਉਸਨੂੰ ਹੋਰ ਵੀ ਆਕਰਸ਼ਿਤ ਬਣਾ ਰਹੀ ਸੀ। ਅੱਜ ਉਸਨੇ ਕਲਾਸ ਵਿੱਚ ਜ਼ਿਆਦਾ ਕੁਝ ਨਹੀਂ, ਬਸ ਸਭ ਨਾਲ ਜਾਣ ਪਹਿਚਾਣ ਹੀ ਕੀਤੀ ਸੀ। ਜਦੋਂ ਗੁਰਕੀਰਤ ਦੀ ਵਾਰੀ ਆਈ ਤਾਂ ਉਸਨੇ ਕਿਹਾ ਕਿ ਮੈਂ ਇੱਕ ਵਾਰੀ ਫੇਰ ਤੋਂ ਮੁਆਫ਼ੀ ਮੰਗਦੀ ਹਾਂ, ਮੈਂ ਬਹੁਤ ਸ਼ਰਮਿੰਦਾ ਹਾਂ। ਜਦੋਂ ਸਭ ਪੁੱਛਣ ਲੱਗੇ ਕਿ ਕਿਸ ਗੱਲ ਦੀ ਮੁਆਫ਼ੀ ਤਾਂ ਗੁਰਕੀਰਤ ਨੇ ਸਾਰੀ ਗੱਲ ਦੱਸ ਦਿੱਤੀ। ਗੱਲ ਸੁਣ ਕੇ ਸਾਰੇ ਜ਼ੋਰ-ਜ਼ੋਰ ਨਾਲ ਹੱਸਣ ਲੱਗ ਗਏ ਤੇ ਅਭਿਨਵ ਦਾ ਵੀ ਹਾਸਾ ਨਿਕਲ ਗਿਆ। ਇਹ ਦੇਖ ਕੇ ਗੁਰਕੀਰਤ ਵੀ ਹੱਸ ਪਈ। ਉਸਦੇ ਗੋਰੇ ਚਿਹਰੇ ਤੇ ਹੱਸਣ ਨਾਲ ਲਾਲੀ ਆ ਗਈ ਸੀ ਤੇ ਉਹ ਹੋਰ ਵੀ ਸੋਹਣੀ ਲੱਗ ਰਹੀ ਸੀ। ਅਭਿਨਵ ਇੱਕ ਅਜੀਬ ਜਿਹਾ ਖਿਚਾਓ ਮਹਿਸੂਸ ਕਰ ਰਿਹਾ ਸੀ ਗੁਰਕੀਰਤ ਵੱਲ ਵੇਖ ਕੇ। ਅਭਿਨਵ ਨੂੰ ਗੁਰਕੀਰਤ ਦਾ ਚਿਹਰਾ ਦੇਖ ਕੇ ਪਤਾ ਨਹੀਂ ਕੀ ਯਾਦ ਆ ਗਿਆ। ਦਰਦ ਉਸਦੇ ਚਿਹਰੇ ਤੇ ਸਾਫ਼ ਦਿਸ ਰਿਹਾ ਸੀ। ਖੁਦ ਨੂੰ ਸੰਭਾਲ ਉਹ ਬਾਹਰ ਆ ਗਿਆ ਤੇ ਸਟਾਫ ਰੂਮ ਵਿੱਚ ਜਾ ਕੇ ਬੈਠ ਗਿਆ ਜਿੱਥੇ ਕੋਈ ਨਹੀਂ ਸੀ। ਕੁਝ ਦੇਰ ਆਪਣੇ ਆਪ ਨਾਲ ਗੱਲਾਂ ਕਰਨ ਤੋਂ ਬਾਅਦ, ਆਪਣੇ ਆਪ ਨੂੰ ਸਮਝਾਉਣ ਤੋਂ ਬਾਅਦ ਉਹ ਹੁਣ ਠੀਕ ਸੀ। ਪਰ ਇੱਧਰ ਗੁਰਕੀਰਤ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਉਸ ਤੋਂ ਗਲਤੀ ਹੋ ਗਈ ਹੈ। ਇਸ ਤਰ੍ਹਾਂ ਰੋਜ਼ ਹੁਣ ਕਾਲਜ ਵਿੱਚ ਲੈਕਚਰਾਂ ਦੌਰਾਨ ਅਭਿਨਵ ਗੁਰਕੀਰਤ ਨੂੰ ਜ਼ਿਆਦਾ ਅਵੋਇਡ ਹੀ ਕਰਦਾ।
ਦੂਜਿਆਂ ਤੋਂ ਅਭਿਨਵ ਸਰ ਦੀਆਂ ਇੰਨੀਆਂ ਤਾਰੀਫਾਂ ਸੁਣ ਕੇ ਗੁਰਕੀਰਤ ਦੇ ਦਿਲ ਵਿੱਚ ਉਹਨਾਂ ਲਈ ਖਾਸ ਜਗ੍ਹਾ ਬਣ ਗਈ ਸੀ। ਪਰ ਉਹ ਇਸ ਗੱਲ ਤੋਂ ਬੇਖਬਰ ਸੀ ਕਿ ਅਭਿਨਵ ਸਰ ਦੇ ਦਿਲ ਵਿੱਚ ਵੀ ਕੁਝ ਚੱਲ ਰਿਹਾ ਸੀ। ਗੁਰਕੀਰਤ ਕਾਲਜ ਵਿੱਚ ਕਿਤੇ ਵੀ ਹੁੰਦੀ ਤਾਂ ਅਭਿਨਵ ਦੀਆਂ ਨਜ਼ਰਾਂ ਉਸ ਨੂੰ ਲੱਭ ਲਿਆ ਕਰਦੀਆਂ ਤੇ ਨਜ਼ਰਅੰਦਾਜ਼ ਵੀ ਕਰ ਦਿੰਦੀਆਂ। ਹੁਣ ਕਾਲਜ ਦੀ ਟ੍ਰਿਪ ਜਾ ਰਹੀ ਸੀ ਸ਼ਿਮਲੇ। ਸਾਰੇ ਨਵੇਂ ਸਟੂਡੈਂਟਸ ਬਹੁਤ ਖੁਸ਼ ਸਨ। ਇਹ ਇਹਨਾਂ ਦੀ ਪਹਿਲੀ ਟ੍ਰਿਪ ਸੀ। ਕਾਲਜ ਦੇ ਸਾਰੇ ਪ੍ਰੋਫੈਸਰ ਵੀ ਜਾ ਰਹੇ ਸਨ। ਗੁਰਕੀਰਤ ਨੂੰ ਪਤਾ ਸੀ ਕਿ 3-4 ਦਿਨ ਦਾ ਸਫ਼ਰ ਹੈ, ਇਸ ਲਈ ਉਸਨੇ ਆਪਣਾ ਪਸੰਦੀਦਾ ਨਾਵਲ ਵੀ ਨਾਲ ਲੈ ਲਿਆ ਰਸਤੇ ਵਿੱਚ ਪੜ੍ਹਨ ਲਈ। ਨਿਸ਼ਚਿਤ ਦਿਨ ਜਦੋਂ ਸ਼ਿਮਲੇ ਲਈ ਰਵਾਨਾ ਹੋਣਾ ਸੀ ਤਾਂ ਉਹ ਥੋੜ੍ਹੀ ਲੇਟ ਹੋ ਗਈ। ਇਸ ਲਈ ਜਲਦੀ ਵਿੱਚ ਉਹ ਆਪਣੇ ਸੀਟ ਨੰਬਰ ਵਾਲੀ ਬੱਸ ਵਿੱਚ ਨਾ ਬੈਠ ਕੇ ਲਾਸਟ ਵਾਲੀ ਬੱਸ ਵਿੱਚ ਚੜ੍ਹ ਗਈ। ਗੁਰਕੀਰਤ ਦੀ ਕੋਈ ਵੀ ਸਹੇਲੀ ਇਸ ਬੱਸ ਵਿੱਚ ਨਹੀਂ ਸੀ। ਉਸ ਦਾ ਧਿਆਨ ਅਚਾਨਕ ਪਹਿਲੀ ਸੀਟ 'ਤੇ ਗਿਆ ਜਿੱਥੇ ਅਭਿਨਵ ਬੈਠਾ ਸੀ। ਉਹ ਇੱਕਦਮ ਖੁਸ਼ ਹੋ ਗਈ ਤੇ ਉਸਦੇ ਨਾਲ ਵਾਲੀ ਸੀਟ 'ਤੇ ਜਾ ਕੇ ਬੈਠ ਗਈ। ਅਭਿਨਵ ਆਪਣੇ ਕਿਸੇ ਕੰਮ ਵਿੱਚ ਮਸ਼ਰੂਫ ਸੀ, ਇਸ ਲਈ ਉਸਨੇ ਨਾਲ ਬੈਠੀ ਗੁਰਕੀਰਤ ਨੂੰ ਨਹੀਂ ਦੇਖਿਆ। ਉਹ ਥੋੜ੍ਹੀ ਦੇਰ ਉਸ ਵੱਲ ਦੇਖਦੀ ਰਹੀ ਤੇ ਫਿਰ ਆਪਣਾ ਨਾਵਲ ਕੱਢ ਕੇ ਪੜ੍ਹਨ ਲੱਗ ਗਈ। ਉਸ ਨੂੰ ਪਤਾ ਸੀ ਕਿ ਸਰ ਹਮੇਸ਼ਾ ਉਸ ਨੂੰ ਇਗਨੋਰ ਕਰਦੇ ਰਹੇ, ਸ਼ਾਇਦ ਉਸ ਦੀ ਪਹਿਲੇ ਦਿਨ ਵਾਲੀ ਗਲਤੀ ਕਰਕੇ। ਸਰ ਉਸ ਨੂੰ ਪਸੰਦ ਨਹੀਂ ਸਨ ਕਰਦੇ। ਉਹ ਆਪਣੇ ਮਨ ਵਿੱਚ ਸੋਚ ਰਹੀ ਸੀ ਕਿ ਸਰ ਕਿੰਨੇ ਸੜੂ ਤੇ ਆਕੜਖੋਰ ਸੁਭਾਅ ਦੇ ਹਨ। ਉਸਨੇ ਆਪਣੇ ਮੋਬਾਈਲ ਤੇ ਆਪਣੀ ਪਸੰਦ ਦੇ ਗੀਤ ਲਗਾਏ, ਹੈੱਡਫੋਨ ਲਗਾਏ ਤੇ ਨਾਵਲ ਪੜ੍ਹਨ ਲੱਗ ਗਈ। ਅਭਿਨਵ ਦਾ ਕਾਫੀ ਦੇਰ ਬਾਅਦ ਧਿਆਨ ਉਸ ਵੱਲ ਗਿਆ ਤੇ ਉਹ ਬਹੁਤ ਹੈਰਾਨ ਹੋ ਗਿਆ। ਪਹਿਲਾਂ ਤਾਂ ਉਸਨੂੰ ਲੱਗਿਆ ਕਿ ਉਸਦਾ ਵਹਿਮ ਹੈ, ਪਰ ਜਦੋਂ ਗੁਰਕੀਰਤ ਨੇ ਉਸ ਵੱਲ ਵੇਖ ਕੇ ਉਸਨੂੰ ਵਿਸ਼ ਕੀਤਾ ਤੇ ਉਸਨੂੰ ਯਕੀਨ ਹੋ ਗਿਆ। ਗੁਰਕੀਰਤ, ਤੁਸੀਂ ਇੱਥੇ? ਇਹ ਤਾਂ ਤੁਹਾਡੀ ਕਲਾਸ ਦੀ ਬੱਸ ਨਹੀਂ ਹੈ। ਮੈਂ ਲੇਟ ਹੋ ਗਈ ਸੀ ਸਰ, ਇਸ ਲਈ। ਕੋਈ ਸੀਟ ਵੀ ਖਾਲੀ ਨਹੀਂ ਸੀ ਬੱਸ ਵਿੱਚ, ਇਸ ਲਈ ਮੈਂ ਇੱਥੇ ਬੈਠ ਗਈ। ਜੇਕਰ ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਮੈਂ ਉੱਠ ਜਾਂਦੀ ਹਾਂ। ਕੋਈ ਗੱਲ ਨਹੀਂ, ਤੁਸੀਂ ਬੈਠੇ ਰਹੋ। ਇੱਕ ਨਾਵਲ ਅਭਿਨਵ ਦੇ ਹੱਥ ਵਿੱਚ ਵੀ ਸੀ, ਜਿਸ ਵੱਲ ਵੇਖ ਕੇ ਗੁਰਕੀਰਤ ਦਾ ਹਾਸਾ ਨਿਕਲ ਗਿਆ। ਕੀ ਹੋਇਆ, ਤੁਸੀਂ ਹੱਸੇ ਕਿਉਂ ਗੁਰਕੀਰਤ? ਗੁਰਕੀਰਤ ਨੇ ਆਪਣਾ ਨਾਵਲ ਉੱਪਰ ਕੀਤਾ, ਜੋ ਕਿ ਉਹੀ ਸੀ ਜੋ ਅਭਿਨਵ ਦੇ ਹੱਥ ਵਿੱਚ ਸੀ, ਇਸ ਲਈ ਹੱਸੀ ਸੀ ਮੈਂ। ਅਭਿਨਵ ਹੈਰਾਨ ਹੋ ਗਿਆ। ਇਹ ਮੇਰਾ ਫੇਵਰਟ ਨਾਵਲ ਹੈ। ਮੈਨੂੰ ਲੱਗਦਾ ਹੈ ਤੁਹਾਡਾ ਵੀ। ਨਹੀਂ, ਮੇਰਾ ਨਹੀਂ ਹੈ, ਮੈਂ ਤਾਂ ਵੈਸੇ ਹੀ ਟਾਈਮ ਪਾਸ ਲਈ ਲੈ ਆਇਆ ਸੀ, ਅਭਿਨਵ ਨੇ ਕਿਹਾ ਤੇ ਨਾਵਲ ਇੱਕ ਪਾਸੇ ਰੱਖ ਦਿੱਤਾ। ਗੁਰਕੀਰਤ ਗੱਲ ਕਰਦੀ ਜਦੋਂ ਵੀ ਹੱਸਦੀ ਤਾਂ ਅਭਿਨਵ ਦੇ ਦਿਲ ਦੀ ਧੜਕਨ ਤੇਜ਼ ਹੋ ਜਾਂਦੀ। ਗੁਰਕੀਰਤ ਬੋਲੀ, ਸਰ ਇਸ ਨਾਵਲ ਨੂੰ ਪੜ੍ਹ ਕੇ ਦੇਖੋ, ਬਹੁਤ ਹੀ ਵਧੀਆ ਤੇ ਅਲੱਗ ਕਿਸਮ ਦਾ ਨਾਵਲ ਹੈ। ਮੈਂ ਕਈ ਵਾਰੀ ਪੜ੍ਹ ਚੁੱਕੀ ਹਾਂ ਪਰ ਦਿਲ ਨਹੀਂ ਭਰਦਾ। ਅਭਿਨਵ ਦੂਜੇ ਪਾਸੇ ਮੂੰਹ ਕਰ ਨਾਵਲ ਪੜ੍ਹਨ ਲੱਗ ਗਿਆ। ਗੁਰਕੀਰਤ ਵੀ ਕਿੰਨੀ ਦੇਰ ਨਾਵਲ ਪੜ੍ਹਦੀ ਰਹੀ ਤੇ ਫਿਰ ਉਂਝ ਹੀ ਸੌਂ ਗਈ। ਅਭਿਨਵ ਜਿੰਨਾ ਉਸਨੂੰ ਨਜ਼ਰਅੰਦਾਜ਼ ਕਰਨਾ ਚਾਹੁੰਦਾ ਸੀ, ਓਨਾ ਹੀ ਉਸ ਵੱਲ ਖਿੱਚਿਆ ਜਾ ਰਿਹਾ ਸੀ।